ਸਾਇੰਸ ਸੋਲਿਊਸ਼ਨ ਵਿੱਚ ਤੁਹਾਡਾ ਮੇਰੇ ਵੱਲੋਂ ਭਾਵ ਸਤਨਾਮ ਸਿੰਘ ਵੱਲੋਂ ਸਵਾਗਤ ਹੈ। ਬੱਚਿਓ, ਕੀ ਤੁਸੀਂ ਕਦੀ ਸੋਚਿਆ ਹੈ ਕਿ ਆਪਣੇ ਆਲੇ ਦੁਆਲੇ ਜੋ ਰੰਗ ਬਰੰਗੇ ਜੀਵ ਜੰਤੂ ਪਾਏ ਜਾਂਦੇ ਹਨ, ਇਹ ਕਿਸ ਤੋਂ ਮਿਲ ਕੇ ਬਣੇ ਹੋਏ ਹਨ? ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਾਰੇ ਜੀਵ ਜੰਤੂ, ਪੇੜ ਪੌਦੇ ਅਤੇ ਇੱਥੋਂ ਤੱਕ ਕਿ ਸੂਖਮ ਜੀਵ ਸੈੱਲਾਂ ਤੋਂ ਮਿਲ ਕੇ ਬਣੇ ਹੋਏ ਹੁੰਦੇ ਹਨ। ਜੀਵਨ ਦੀ ਕਿਰਿਆਤਮਕ ਅਤੇ ਸੰਰਚਨਾਤਮਕ ਇਕਾਈ ਨੂੰ ਸੈੱਲ ਕਿਹਾ ਜਾਂਦਾ ਹੈ। ਇਕੱਲਾ ਸੈੱਲ ਉਹ ਸਾਰੇ ਕਾਰਜ ਕਰ ਸਕਦਾ ਹੈ ਜੋ ਇੱਕ ਬਹੁਸੈਲੀ ਜੀਵ ਕਰ ਸਕਦਾ ਹੈ। ਇਸ ਲਈ ਸੈੱਲ ਨੂੰ ਜੀਵਨ ਦੀ ਮੁੱਢਲੀ ਇਕਾਈ ਵੀ ਕਿਹਾ ਜਾਂਦਾ ਹੈ। ਸੈੱਲ ਦੀ ਖੋਜ ਰੋਬਰਟ ਹੁੱਕ ਨੇ 1665 ਈਸਵੀ ਵਿੱਚ ਕੀਤੀ। ਕੌਰਕ ਦੇ ਟੁਕੜਿਆਂ ਨੂੰ ਜਦੋਂ ਉਸਨੇ ਖੁਦ ਦੀ ਬਣਾਈ ਹੋਈ ਮਾਈਕਰੋਸਕੋਪ ਦੇ ਹੇਠਾਂ ਵੇਖਿਆ ਤਾਂ ਉਸ ਨੂੰ ਮਧੂਮੱਖੀ ਦੇ ਛੱਤੇ ਵਰਗੇ 6 ਕੋਨੇ ਚੈਂਬਰ ਨਜ਼ਰ ਆਏ, ਜਿਸ ਨੂੰ ਉਸਨੇ ਸੈੱਲ ਦਾ ਨਾਮ ਦਿੱਤਾ। ਸੈੱਲ ਦਾ ਅਰਥ ਕੋਠੜੀ ਜਾਂ ਸਟੋਰ ਹਾਊਸ ਹੁੰਦਾ ਹੈ। ਸੈੱਲ ਥਿਊਰੀ ਵਿੱਚ ਅਲੱਗ-ਅਲੱਗ ਵਿਗਿਆਨੀਆਂ ਦੁਆਰਾ ਕੀਤਾ ਗਿਆ ਯੋਗਦਾਨ। ਸੈੱਲ ਦੀ ਖੋਜ ਰੋਬਰਟ ਹੁੱਕ ਦੁਆਰਾ 1665 ਵਿੱਚ ਕੀਤੀ ਗਈ। ਐਂਟੋਨ ਵਾਨ ਲੀeuwenhoek ਨੇ ਇੱਕ ਸੈੱਲੀ ਜੀਵਾਂ ਨੂੰ 1674 ਈਸਵੀ ਵਿੱਚ ਖੋਜਿਆ। 1831 ਵਿੱਚ ਰੋਬਰਟ ਬਰਾਊਨ ਨੇ ਸੈੱਲ ਵਿੱਚ ਕੇਂਦਰਕ ਦੀ ਖੋਜ ਕੀਤੀ। 1839 ਵਿੱਚ ਪੁਰਕਿੰਜੇ ਨੇ ਸੈੱਲ ਵਿੱਚ ਪਾਏ ਜਾਣ ਵਾਲੇ ਦਰਵ ਨੂੰ ਜੀਵ ਦਰਵ ਭਾਵ ਸਾਈਟੋਪਲਾਜ਼ਮ ਦਾ ਨਾਮ ਦਿੱਤਾ। 1838 ਅਤੇ 39 ਵਿੱਚ ਦੋ ਜੀਵ ਵਿਗਿਆਨੀਆਂ ਸਕਲੀਡਨ ਅਤੇ ਸ਼ਵਾਨ ਨੇ ਸੈੱਲ ਥਿਊਰੀ ਭਾਵ ਸੈੱਲ ਸਿਧਾਂਤ ਪੇਸ਼ ਕੀਤਾ, ਜਿਸ ਅਨੁਸਾਰ ਸਾਰੇ ਜੀਵ ਸੈੱਲਾਂ ਤੋਂ ਮਿਲ ਕੇ ਬਣੇ ਹੋਏ ਹਨ ਅਤੇ ਸੈੱਲ ਜੀਵਨ ਦੀ ਮੁੱਢਲੀ ਇਕਾਈ ਹੈ। ਰੂਡੋਲਫ ਵਰਚੋ ਨੇ 1854 ਈਸਵੀ ਵਿੱਚ ਓਮਨੀ ਸੈਲੂਲਾ ਈ ਸੈਲੂਲਾ ਦਾ ਸਿਧਾਂਤ ਪੇਸ਼ ਕੀਤਾ, ਜਿਸ ਅਨੁਸਾਰ ਸੈੱਲ ਪਹਿਲਾਂ ਤੋਂ ਮੌਜੂਦ ਸੈੱਲਾਂ ਤੋਂ ਬਣਦੇ ਹਨ। ਅਰਨਸਟ ਰਸਕਾ ਅਤੇ ਮੈਕਸ ਨੋਲ ਨੇ 1940 ਵਿੱਚ ਇਲੈਕਟ੍ਰੋਨ ਮਾਈਕਰੋਸਕੋਪ ਦੀ ਖੋਜ ਕੀਤੀ, ਜਿਸ ਦੀ ਮਦਦ ਦੇ ਨਾਲ ਨਿੱਕੜੇ ਅੰਗਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਸੈੱਲ ਦਾ ਆਕਾਰ ਆਮ ਤੌਰ 'ਤੇ 1 ਤੋਂ 100 ਮਾਈਕਰੋਮੀਟਰ ਦੇ ਵਿਚਕਾਰ ਹੁੰਦਾ ਹੈ, ਪਰ PPLO ਭਾਵ ਮਾਈਕੋਪਲਾਜ਼ਮਾ, ਜਿਸ ਦਾ ਆਕਾਰ 0.2 ਤੋਂ 0.3 ਮਾਈਕਰੋਮੀਟਰ ਹੈ। ਸਭ ਤੋਂ ਵੱਡਾ ਸੈੱਲ ਸ਼ੁਤਰਮੁਰਗ ਦਾ ਅੰਡਾ ਹੈ। ਜੰਤੂਆਂ ਦਾ ਸਭ ਤੋਂ ਲੰਬਾ ਸੈੱਲ ਨਾੜੀ ਸੈੱਲ ਹੈ, ਜਿਸ ਦੀ ਲੰਬਾਈ 1 ਮੀਟਰ ਤੱਕ ਹੋ ਸਕਦੀ ਹੈ। ਪੌਦਿਆਂ ਵਿੱਚ ਸਭ ਤੋਂ ਵੱਡਾ ਸੈੱਲ ਐਸਟਾਬੁਲੇਰੀਆ ਦਾ ਹੈ, ਜਿਸ ਦੀ ਲੰਬਾਈ 5 ਤੋਂ 6 ਸੈਂਟੀਮੀਟਰ ਹੁੰਦੀ ਹੈ। ਸੈੱਲਾਂ ਦੀ ਗਿਣਤੀ ਅਨੁਸਾਰ ਜੀਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ: ਇੱਕ ਸੈਲੀ ਜੀਵ ਅਤੇ ਬਹੁਸੈਲੀ ਜੀਵ। ਇੱਕ ਸੈਲੀ ਜੀਵ ਵਿੱਚ ਉਦਾਹਰਨਾਂ ਹੈ ਅਮੀਬਾ ਅਤੇ ਪੈਰਾਮੀਸ਼ੀਅਮ, ਜਦਕਿ ਬਹੁਸੈਲੀ ਜੀਵਾਂ ਵਿੱਚ ਮਨੁੱਖ, ਪੇੜ ਪੌਦੇ ਅਤੇ ਉੱਲੀ ਦੀਆਂ ਉਦਾਹਰਨਾਂ ਆਉਂਦੀਆਂ ਹਨ। ਮਨੁੱਖੀ ਸਰੀਰ ਵਿੱਚ ਟ੍ਰਿਲੀਅਨਸ ਆਫ ਸੈੱਲ ਮੌਜੂਦ ਹੁੰਦੇ ਹਨ। ਸਾਰੇ ਸੈੱਲ ਲਗਭਗ ਇੱਕੋ ਜਿਹੇ ਹੁੰਦੇ ਹਨ। ਸਾਰੇ ਸੈੱਲਾਂ ਵਿੱਚ ਸੈੱਲ ਐਨਵੈਲਪ, ਸਾਈਟੋਪਲਾਜ਼ਮ ਅਤੇ ਕੇਂਦਰਕ ਮੌਜੂਦ ਹੁੰਦਾ ਹੈ। ਸੈੱਲ ਮੁੱਖ ਤੌਰ 'ਤੇ ਦੋ ਕਿਸਮ ਦੇ ਹੁੰਦੇ ਹਨ: ਪ੍ਰੋਕੈਰੀਓਟਿਕ ਸੈੱਲ ਅਤੇ ਯੂਕੈਰੀਓਟਿਕ ਸੈੱਲ। ਯੂਕੈਰੀਓਟਿਕ ਸੈੱਲ ਐਡਵਾਂਸ ਟਾਈਪ ਸੈੱਲ ਹਨ, ਜਿਨ੍ਹਾਂ ਵਿੱਚ ਆਪਣਾ ਕੇਂਦਰਕ ਅਤੇ ਨਿੱਕੜੇ ਅੰਗ ਹੁੰਦੇ ਹਨ। ਯੂਕੈਰੀਓਟਿਕ ਸੈੱਲ ਦਾ ਆਕਾਰ 1 ਮਾਈਕਰੋਨ ਤੋਂ 100 ਮਾਈਕਰੋਮੀਟਰ ਦੇ ਵਿਚਕਾਰ ਹੁੰਦਾ ਹੈ, ਭਾਵ ਇਹ ਵੱਡੇ ਹੁੰਦੇ ਹਨ। ਇਹਨਾਂ ਵਿੱਚ ਵਿਕਸਿਤ ਕੇਂਦਰਕ ਹੁੰਦਾ ਹੈ। ਕ੍ਰੋਮੋਸੋਮ ਭਾਵ ਗੁਣਸੂਤਰਾਂ ਦੀ ਗਿਣਤੀ 1 ਤੋਂ ਵੱਧ ਹੁੰਦੀ ਹੈ। ਇਹਨਾਂ ਵਿੱਚ ਨਿੱਕੜੇ ਅੰਗ ਭਾਵ ਔਰਗੈਨੇਲੀਜ਼ ਮੌਜੂਦ ਹੁੰਦੀਆਂ ਹਨ ਅਤੇ ਯੂਕੈਰੀਓਟਿਕ ਸੈੱਲ ਮਾਈਟੋਸਿਸ ਜਾਂ ਮਿਓਸਿਸ ਦੇ ਨਾਲ ਵਿਭਾਜਿਤ ਹੁੰਦਾ ਹੈ। ਦੂਜੇ ਕਿਸਮ ਦੇ ਸੈੱਲ ਪ੍ਰੋਕੈਰੀਓਟਿਕ ਸੈੱਲ ਹਨ। ਇਹਨਾਂ ਦਾ ਆਪਣਾ ਕੇਂਦਰਕ ਨਹੀਂ ਹੁੰਦਾ ਅਤੇ ਅਣਵੰਸ਼ਕੀ ਪਦਾਰਥ ਕੇਂਦਰਕ ਝਿੱਲੀ ਤੋਂ ਬਿਨਾਂ ਹੁੰਦਾ ਹੈ, ਜਿਸ ਨੂੰ ਨਿਊਕਲੀਓਇਡ ਕਿਹਾ ਜਾਂਦਾ ਹੈ। ਪ੍ਰੋਕੈਰੀਓਟਿਕ ਸੈੱਲ ਦਾ ਆਕਾਰ 1 ਤੋਂ 10 ਮਾਈਕਰੋਮੀਟਰ ਦੇ ਵਿਚਕਾਰ ਹੁੰਦਾ ਹੈ। ਇਹਨਾਂ ਵਿੱਚ ਕੇਂਦਰਕ ਨਹੀਂ ਹੁੰਦਾ। ਗੁਣਸੂਤਰ ਭਾਵ ਕ੍ਰੋਮੋਸੋਮ ਦੀ ਗਿਣਤੀ 1 ਹੁੰਦੀ ਹੈ। ਇਹ ਔਰਗੈਨੇਲੀਜ਼ ਭਾਵ ਨਿੱਕੜੇ ਅੰਗਾਂ ਤੋਂ ਸੱਖਣੇ ਹੁੰਦੇ ਹਨ ਅਤੇ ਇਹਨਾਂ ਵਿੱਚ ਸੈੱਲ ਵਿਭਾਜਨ ਬਡਿੰਗ ਜਾਂ ਵਿਖੰਡਨ ਵਿਧੀ ਰਾਹੀਂ ਹੁੰਦਾ ਹੈ। ਬਣਤਰੀ ਤੌਰ 'ਤੇ ਸੈੱਲ 3 ਭਾਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ: ਸੈੱਲ ਐਨਵੈਲਪ ਭਾਵ ਕਵਰਿੰਗ, ਸਾਈਟੋਪਲਾਜ਼ਮ ਭਾਵ ਜੀਵ ਦਰਵ ਅਤੇ ਕੇਂਦਰਕ ਭਾਵ ਨਿਊਕਲੀਅਸ। ਸੈੱਲ ਵਾਲ ਨਿਰਜੀਵ, ਮੋਟੀ ਅਤੇ ਪੌਦਾ ਸੈੱਲ ਦੀ ਸਭ ਤੋਂ ਬਾਹਰਲੀ ਪਰਤ ਹੁੰਦੀ ਹੈ। ਇਹ ਜਿੱਥੇ ਪੌਦਾ ਸੈੱਲ ਨੂੰ ਆਕਾਰ ਦਿੰਦੀ ਹੈ, ਉੱਥੇ ਨਿੱਕੜੇ ਅੰਗਾਂ ਨੂੰ ਸੁਰੱਖਿਆ ਵੀ ਦਿੰਦੀ ਹੈ। ਇਹ ਸੈੱਲ ਕੰਧ ਪੌਦਿਆਂ ਵਿੱਚ ਸੈਲੂਲੋਜ਼ ਤੋਂ, ਬੈਕਟੀਰੀਆ ਵਿੱਚ ਪੈਪਟਾਈਡੋਗਲਾਈਕਨਸ ਤੋਂ ਅਤੇ ਫੰਜਾਈ ਵਿੱਚ ਭਾਵ ਉੱਲੀ ਵਿੱਚ ਕਾਈਟਨ ਤੋਂ ਮਿਲ ਕੇ ਬਣੀ ਹੁੰਦੀ ਹੈ।
ਸੈੱਲ ਮੈਂਬਰੇਨ ਜਾਂ ਸੈੱਲ ਝਿੱਲੀ ਪਤਲੀ, ਲਿਵਿੰਗ ਅਤੇ ਚੁਣਨਯੋਗ ਮੁਸਾਮਦਾਰ ਝਿੱਲੀ ਹੁੰਦੀ ਹੈ ਜੋ ਪੌਦਾ ਸੈੱਲ ਵਿੱਚ ਸੈੱਲ ਵਾਲ ਦੇ ਅੰਦਰ ਅਤੇ ਜੰਤੂਆਂ ਵਿੱਚ ਸਭ ਤੋਂ ਬਾਹਰਲੀ ਪਰਤ ਹੈ। ਇਹ ਸੈੱਲ ਨੂੰ ਆਕਾਰ ਦਿੰਦੀ ਹੈ, ਨਿੱਕੜੇ ਅੰਗਾਂ ਨੂੰ ਸੁਰੱਖਿਆ ਕਰਦੀ ਹੈ ਅਤੇ ਸੈੱਲ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਪਦਾਰਥਾਂ ਨੂੰ ਨਿਯੰਤਰਿਤ ਕਰਦੀ ਹੈ। ਨਿਊਕਲੀਅਸ ਅਤੇ ਸੈੱਲ ਮੈਂਬਰੇਨ ਵਿਚਕਾਰ ਮੌਜੂਦ ਜੈਲੀ ਵਰਗੇ ਪਦਾਰਥ ਨੂੰ ਸਾਈਟੋਪਲਾਜ਼ਮ ਕਿਹਾ ਜਾਂਦਾ ਹੈ। ਇਹ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਚਰਬੀ ਤੋਂ ਮਿਲ ਕੇ ਬਣਿਆ ਹੁੰਦਾ ਹੈ। ਸੈੱਲ ਵਿੱਚ ਮੌਜੂਦ ਸੂਖਮ ਅੰਗਾਂ ਨੂੰ ਆਰਗੇਨੈਲੀਜ਼ ਜਾਂ ਨਿੱਕੜੇ ਅੰਗ ਕਿਹਾ ਜਾਂਦਾ ਹੈ। ਹਰੇਕ ਆਰਗੇਨੈਲੀ ਸੈੱਲ ਵਿੱਚ ਇੱਕ ਖਾਸ ਕੰਮ ਕਰਦਾ ਹੈ। ਨਿਊਕਲੀਅਸ, ਮਾਈਟੋਕੌਂਡਰੀਆ, ਲਾਈਸੋਸੋਮ, ਐਂਡੋਪਲਾਜ਼ਮਿਕ ਰੈਟੀਕੂਲਮ ਕੁਝ ਆਰਗੇਨੈਲੀਜ਼ ਦੇ ਨਾਮ ਹਨ। ਜਦੋਂ ਮਨੁੱਖੀ ਗਲ ਅਤੇ ਪਿਆਜ਼ ਦੀ ਝਿੱਲੀ ਦੀ ਸਲਾਈਡ ਨੂੰ ਮਾਈਕਰੋਸਕੋਪ ਹੇਠਾਂ ਰੱਖ ਕੇ ਦੇਖਿਆ ਜਾਂਦਾ ਹੈ ਤਾਂ ਸੈੱਲ ਦੇ ਕੇਂਦਰ ਵਿੱਚ ਦਿਖਾਈ ਦੇਣ ਵਾਲੇ ਨਿੱਕੜੇ ਅੰਗ ਕੇਂਦਰਕ ਹੁੰਦਾ ਹੈ। ਨਿਊਕਲੀਅਸ ਦਾ ਆਕਾਰ 0.2 ਤੋਂ 25 ਮਾਈਕਰੋਮੀਟਰ ਹੁੰਦਾ ਹੈ। ਨਿਊਕਲੀਅਸ ਨੂੰ ਸੈੱਲ ਦਾ ਬਿਗ ਬੌਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸੈੱਲ ਦੀਆਂ ਸਾਰੀਆਂ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ। ਨਿਊਕਲੀਅਸ ਵਿੱਚ ਅਣਵੰਸ਼ਕੀ ਪਦਾਰਥ ਭਾਵ DNA ਹੁੰਦਾ ਹੈ, ਜਿਸ ਕਾਰਨ ਕੇਂਦਰਕ ਮਾਤਾ-ਪਿਤਾ ਦੇ ਗੁਣਾਂ ਨੂੰ ਅਗਲੀ ਪੀੜ੍ਹੀ ਵਿੱਚ ਪਹੁੰਚਾਉਂਦਾ ਹੈ। ਨਿਊਕਲੀਅਸ ਵਿੱਚ ਪਾਇਆ ਜਾਣ ਵਾਲਾ ਨਿਊਕਲੀਓਲਸ ਰਾਈਬੋਸੋਮਲ RNA ਬਣਾਉਂਦਾ ਹੈ। ਇਹ ਰਾਈਬੋਸੋਮਲ RNA ਪ੍ਰੋਟੀਨ ਨਾਲ ਮਿਲ ਕੇ ਰਾਈਬੋਸੋਮ ਬਣਾਉਂਦੇ ਹਨ। ਰਾਈਬੋਸੋਮਸ ਪ੍ਰੋਟੀਨ ਦਾ ਨਿਰਮਾਣ ਕਰਦੇ ਹਨ। ਨਿਊਕਲੀਅਸ ਸੈੱਲ ਦੇ ਵਿਭਾਜਨ ਨੂੰ ਵੀ ਨਿਯੰਤਰਿਤ ਕਰਦਾ ਹੈ। ਨਿਊਕਲੀਅਸ ਸੈੱਲ ਲਈ ਬਹੁਤ ਹੀ ਮਹੱਤਵਪੂਰਨ ਹੈ। ਅਗਰ ਸੈੱਲ ਵਿੱਚੋਂ ਨਿਊਕਲੀਅਸ ਨੂੰ ਕੱਢ ਦਿੱਤਾ ਜਾਏ ਤਾਂ ਅਜਿਹੇ ਸੈੱਲ ਦੀ ਮੌਤ ਹੋ ਜਾਏਗੀ। ਰਾਈਬੋਸੋਮਸ RNA ਅਤੇ ਪ੍ਰੋਟੀਨ ਤੋਂ ਮਿਲ ਕੇ ਬਣੇ ਹੋਏ ਨਿੱਕੜੇ ਅੰਗ ਹਨ। ਇਹਨਾਂ ਦਾ ਮੁੱਖ ਕੰਮ ਪ੍ਰੋਟੀਨ ਦਾ ਨਿਰਮਾਣ ਕਰਨਾ ਹੈ, ਇਸ ਲਈ ਇਹਨਾਂ ਨੂੰ ਪ੍ਰੋਟੀਨ ਫੈਕਟਰੀ ਵੀ ਕਿਹਾ ਜਾਂਦਾ ਹੈ। ਸਾਈਟੋਪਲਾਜ਼ਮ ਵਿੱਚ ਪਲਾਜ਼ਮਾ ਮੈਂਬਰੇਨ ਦੀ ਟਿਊਬ ਦਾ ਜਾਲ ਹੁੰਦਾ ਹੈ ਜਿਨ੍ਹਾਂ ਦਾ ਮੁੱਖ ਕੰਮ ਰਿਸਾਵ ਕਰਨਾ ਹੁੰਦਾ ਹੈ। ਇਹਨਾਂ ਦੀ ਘਣਤਾ ਐਂਡੋਪਲਾਜ਼ਮ ਵਿੱਚ ਵੱਧ ਹੋਣ ਕਰਕੇ ਇਹਨਾਂ ਨੂੰ ਐਂਡੋਪਲਾਜ਼ਮਿਕ ਜਾਲ ਜਾਂ ਐਂਡੋਪਲਾਜ਼ਮਿਕ ਰੈਟੀਕੂਲਮ ਕਿਹਾ ਜਾਂਦਾ ਹੈ। ਐਂਡੋਪਲਾਜ਼ਮਿਕ ਰੈਟੀਕੂਲਮ ਦੋ ਕਿਸਮ ਦੇ ਹੁੰਦੇ ਹਨ, ਰਫ ਐਂਡੋਪਲਾਜ਼ਮਿਕ ਰੈਟੀਕੂਲਮ ਅਤੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ। ਐਂਡੋਪਲਾਜ਼ਮਿਕ ਰੈਟੀਕੂਲਮ ਦੀ ਸਤ੍ਹਾ 'ਤੇ ਰਾਈਬੋਸੋਮ ਦੇ ਜੁੜਨ ਕਾਰਨ ਇਹ ਖੁਰਦਰੇ ਭਾਵ ਰਫ ਨਜ਼ਰ ਆਉਂਦੇ ਹਨ। ਰਫ ਐਂਡੋਪਲਾਜ਼ਮਿਕ ਰੈਟੀਕੂਲਮ ਭਾਵ ਖੁਰਦਰੇ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਮੁੱਖ ਕੰਮ ਲਾਈਸੋਸੋਮ ਅਤੇ ਪ੍ਰੋਟੀਨ ਦਾ ਨਿਰਮਾਣ ਕਰਨਾ ਹੈ, ਜਦਕਿ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਭਾਵ ਪੱਧਰੇ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਮੁੱਖ ਕੰਮ ਚਰਬੀ ਅਤੇ ਕੋਲੇਸਟ੍ਰੋਲ ਦਾ ਨਿਰਮਾਣ ਕਰਨਾ ਹੈ। ਐਂਡੋਪਲਾਜ਼ਮਿਕ ਰੈਟੀਕੂਲਮ ਦਾ ਰਿਸਾਵ ਵੈਸੀਕਲ ਦੇ ਰੂਪ ਵਿੱਚ ਪੈਕ ਹੁੰਦਾ ਹੈ ਅਤੇ ਉਹ ਗੋਲਜੀ ਬੋਡੀ, ਜਿਸ ਨੂੰ ਗੋਲਜੀ ਕਾਇਆ ਕਹਿੰਦੇ ਹਨ, ਉਸ ਦੇ ਨਾਲ ਜੁੜ ਜਾਂਦਾ ਹੈ। ਗੋਲਜੀ ਬੋਡੀ ਐਂਡੋਪਲਾਜ਼ਮਿਕ ਰੈਟੀਕੂਲਮ ਤੋਂ ਆਏ ਹੋਏ ਪਦਾਰਥ ਵਿੱਚ ਫੇਰ ਬਦਲ ਕਰਦੀ ਹੈ ਅਤੇ ਸਾਈਟੋਪਲਾਜ਼ਮ ਵਿੱਚ ਰਿਸਾਵ ਕਰ ਦਿੰਦੀ ਹੈ। ਐਨੀਮਲ ਸੈੱਲ ਵਿੱਚ ਗੋਲਜੀ ਬੋਡੀ ਦੁਆਰਾ ਬਣਾਏ ਹੋਏ ਥੈਲੀਨੁਮਾ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲਾਈਸੋਸੋਮਸ ਕਿਹਾ ਜਾਂਦਾ ਹੈ। ਲਾਈਸੋਸੋਮ ਵਿੱਚ 50 ਕਿਸਮ ਦੇ ਐਂਜ਼ਾਈਮ ਮੌਜੂਦ ਹੁੰਦੇ ਹਨ। ਲਾਈਸੋਸੋਮ ਦਾ pH 3.8 ਤੋਂ 5 ਦੇ ਵਿਚਕਾਰ ਹੁੰਦਾ ਹੈ। ਲਾਈਸੋਸੋਮ ਸੈੱਲ ਦੀ ਸਫਾਈ ਕਰਦੇ ਹਨ ਅਤੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ। ਲਾਈਸੋਸੋਮ ਦੀ ਮੈਂਬਰੇਨ ਫਟਣ ਨਾਲ ਇਸ ਵਿਚਲੇ ਐਂਜ਼ਾਈਮ ਆਰਗੇਨੈਲੀਜ਼ ਭਾਵ ਨਿੱਕੜੇ ਅੰਗਾਂ ਦਾ ਪਾਚਨ ਕਰ ਦਿੰਦੇ ਹਨ, ਜਿਸ ਨਾਲ ਸੈੱਲ ਦੀ ਮੌਤ ਹੋ ਜਾਂਦੀ ਹੈ। ਇਸ ਲਈ ਲਾਈਸੋਸੋਮ ਨੂੰ ਸੁਸਾਈਡਲ ਬੈਗ ਵੀ ਕਿਹਾ ਜਾਂਦਾ ਹੈ। ਯੂਕੈਰੀਓਟਿਕ ਸੈੱਲ ਵਿੱਚ ਦੋਹਰੀ ਝਿੱਲੀ ਨਾਲ ਘਿਰਿਆ ਹੋਇਆ ਸੈਕ ਵਰਗੀ ਰਚਨਾ ਹੁੰਦੀ ਹੈ ਜਿਸ ਨੂੰ ਮਾਈਟੋਕੌਂਡਰੀਆ ਕਿਹਾ ਜਾਂਦਾ ਹੈ। ਮਾਈਟੋਕੌਂਡਰੀਆ ਐਰੋਬਿਕ ਰੈਸਪੀਰੇਸ਼ਨ ਭਾਵ ਆਕਸੀ ਸਾਹ ਕਿਰਿਆ ਦੌਰਾਨ ATP ਦੇ ਰੂਪ ਵਿੱਚ ਊਰਜਾ ਪੈਦਾ ਕਰਦੀ ਹੈ। ਇਸ ਲਈ ਮਾਈਟੋਕੌਂਡਰੀਆ ਨੂੰ ਪਾਵਰ ਹਾਊਸ ਆਫ ਸੈੱਲ ਜਾਂ ਊਰਜਾ ਘਰ ਕਿਹਾ ਜਾਂਦਾ ਹੈ। ਮਾਈਟੋਕੌਂਡਰੀਆ ਦੋ ਝਿੱਲੀਆਂ ਭਾਵ ਮੈਂਬਰੇਨਸ ਦੇ ਨਾਲ ਘਿਰਿਆ ਹੁੰਦਾ ਹੈ। ਅੰਦਰਲੀ ਮੈਂਬਰੇਨ ਭਾਵ ਇਨਰ ਮੈਂਬਰੇਨ ਵਿੱਚ ਉਂਗਲਾਂ ਵਰਗੇ ਵੱਧਰੇ ਹੁੰਦੇ ਹਨ ਜਿਨ੍ਹਾਂ ਨੂੰ ਕ੍ਰਿਸਟੀ ਕਿਹਾ ਜਾਂਦਾ ਹੈ। ਕ੍ਰਿਸਟੀ ਵਿੱਚ ATP ਬਣਾਉਣ ਦੇ ਲਈ ਐਲੀਮੈਂਟਰੀ ਪਾਰਟੀਕਲ ਭਾਵ ਆਕਸੀਸੋਮ ਮੌਜੂਦ ਹੁੰਦੇ ਹਨ। ਮਾਈਟੋਕੌਂਡਰੀਆ ਦਾ ਆਪਣਾ ਜੈਨੇਟਿਕ ਮਟੀਰੀਅਲ ਭਾਵ ਅਣਵੰਸ਼ਕੀ ਪਦਾਰਥ ਹੁੰਦਾ ਹੈ ਜਿਸ ਨੂੰ ਮਾਈਟੋਕੌਂਡਰੀਅਲ DNA ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਮਾਈਟੋਕੌਂਡਰੀਆ ਵਿੱਚ 70S ਰਾਈਬੋਸੋਮ ਮੌਜੂਦ ਹੁੰਦੇ ਹਨ। ਮਾਈਟੋਕੌਂਡਰੀਆ ਦਾ ਨੰਬਰ ਸੈੱਲ ਦੀ ਐਕਟੀਵਿਟੀ ਭਾਵ ਕਿਰਿਆਸ਼ੀਲਤਾ 'ਤੇ ਨਿਰਭਰ ਕਰਦਾ ਹੈ। ਆਟੋਟ੍ਰੋਫ ਭਾਵ ਸਵੈ-ਪੋਸ਼ੀਆਂ ਵਿੱਚ ਦੋਹਰੀ ਝਿੱਲੀ ਨਾਲ ਘਿਰਿਆ ਹੋਇਆ ਇੱਕ ਹੋਰ ਨਿੱਕੜਾ ਅੰਗ ਹੁੰਦਾ ਹੈ ਜਿਸ ਨੂੰ ਪਲਾਸਟਿਡ ਕਹਿੰਦੇ ਹਨ। ਪਲਾਸਟਿਡ 3 ਕਿਸਮ ਦੇ ਹੁੰਦੇ ਹਨ, ਲਿਊਕੋਪਲਾਸਟ ਭਾਵ ਕਲਰਲੈਸ ਪਲਾਸਟਿਡ,
ਇਹਨਾਂ ਦਾ ਮੁੱਖ ਕੰਮ ਭੋਜਨ ਨੂੰ ਭੰਡਾਰ ਕਰਨਾ ਹੁੰਦਾ ਹੈ। ਕ੍ਰੋਮੋਪਲਾਸਟ ਭਾਵ ਰੰਗਦਾਰ ਪਲਾਸਟਿਡ ਇਹ ਫੁੱਲਾਂ ਅਤੇ ਫਲਾਂ ਨੂੰ ਰੰਗ ਪ੍ਰਦਾਨ ਕਰਦੇ ਹਨ ਤਾਂ ਜੋ ਫੁੱਲਾਂ ਵਿੱਚ ਪਰਾਗਣ ਕਿਰਿਆ ਹੋ ਸਕੇ। ਪਲਾਸਟਿਡ ਦੀ ਤੀਸਰੀ ਕਿਸਮ ਹੈ ਕਲੋਰੋਪਲਾਸਟ ਜੋ ਹਰੇ ਰੰਗ ਦੇ ਹੁੰਦੇ ਹਨ ਅਤੇ ਇਹਨਾਂ ਦਾ ਮੁੱਖ ਕੰਮ ਫੋਟੋਸਿੰਥੇਸਿਸ ਭਾਵ ਪ੍ਰਕਾਸ਼ ਸੰਸਲੇਸ਼ਨ ਹੈ। ਕਲੋਰੋਪਲਾਸਟ ਥਾਈਲੇਕੋਇਡ ਤੋਂ ਮਿਲ ਕੇ ਬਣੇ ਹੁੰਦੇ ਹਨ ਅਤੇ ਇਸ ਵਿੱਚ ਕਲੋਰੋਫਿਲ ਕਾਰਨ ਕਲੋਰੋਪਲਾਸਟ ਦਾ ਹਰਾ ਰੰਗ ਹੁੰਦਾ ਹੈ। ਪਲਾਸਟਿਡ ਦੋਹਰੀ ਝਿੱਲੀ ਨਾਲ ਢਕੇ ਹੋਏ ਹੁੰਦੇ ਹਨ। ਪਲਾਸਟਿਡ ਦਾ ਆਪਣਾ DNA ਹੁੰਦਾ ਹੈ ਜਿਸ ਨੂੰ ਪਲਾਸਟਿਡਲ DNA ਕਿਹਾ ਜਾਂਦਾ ਹੈ। ਇਸ ਵਿੱਚ ਵੀ 70S ਰਾਈਬੋਸੋਮ ਪਾਏ ਜਾਂਦੇ ਹਨ। ਸੈੱਲਾਂ ਵਿੱਚ ਪਲਾਜ਼ਮਾ ਝਿੱਲੀ ਦੇ ਨਾਲ ਘਿਰੀਆਂ ਹੋਈਆਂ ਥੈਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੈਕਿਊਲ ਜਾਂ ਰਸਧਾਨੀ ਕਿਹਾ ਜਾਂਦਾ ਹੈ। ਪੌਦਾ ਸੈੱਲ ਦੇ ਵਿੱਚ ਰਸਧਾਨੀਆਂ ਬਹੁਤ ਜ਼ਿਆਦਾ ਵਿਕਸਿਤ ਹੁੰਦੀਆਂ ਹਨ ਜਦਕਿ ਜੰਤੂ ਸੈੱਲ ਦੇ ਵਿੱਚ ਇਹਨਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹਨਾਂ ਆਰਗੇਨੇਲਿਸ ਤੋਂ ਇਲਾਵਾ ਸੈੱਲ ਵਿੱਚ ਮਾਈਕਰੋਫਿਲਾਮੈਂਟ ਅਤੇ ਮਾਈਕਰੋਟਿਬਿਊਲਸ ਤੋਂ ਬਣਿਆ ਹੋਇਆ ਸਾਈਟੋਸਕੈਲੇਟਨ ਭਾਵ ਸੈੱਲ ਪਿੰਜਰ ਹੁੰਦਾ ਹੈ ਜੋ ਕੇਂਦਰਕ ਨੂੰ ਇਸ ਦੀ ਜਗ੍ਹਾ ਵਿੱਚ ਰੱਖਦਾ ਹੈ ਅਤੇ ਸੈੱਲ ਨੂੰ ਇੱਕ ਖਾਸ ਆਕਾਰ ਦਿੰਦਾ ਹੈ। ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਥੈਂਕਸ ਫॉर ਵਾਚਿੰਗ।